ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕਾ ਵਿੱਚ ਆਪਸ ਵਿੱਚ ਟਕਰਾਏ 20 ਦੇ ਕਰੀਬ ਵਾਹਨ, 5 ਲੋਕਾਂ ਦੀ ਦਰਦਨਾਕ ਮੌਤ। ਅਮਰੀਕੀ ਸੰਸਦ ਵਿੱਚ CAA-TSA ਪਾਬੰਦੀਆਂ ਤੋਂ ਭਾਰਤ ਨੂੰ ਵਿਸ਼ੇਸ਼ ਛੋਟ ਦੇਣ ਵਾਲਾ ਬਿੱਲ ਪਾਸ। ਅਮਰੀਕਾ ਤੇ ਰੂਸ ਦੇ ਪੁਲਾੜ ਯਾਤਰੀ ਫਿਰ ਇੱਕ ਦੂਜੇ ਦੇ ਰਾਕਟ ਤੇ ਹੋਣਗੇ ਸਵਾਰ। ਰੁਪਏ ਵਿੱਚ ਰਿਕਾਰਡ ਗਿਰਾਵਟ ਨਾਲ ਹੋਰ ਵਧੇਗੀ ਮਹਿੰਗਾਈ। ਸਮੁੱਚੇ ਅਮਰੀਕਾ ਵਿੱਚ ਗਰਭਪਾਤ ਦੀਆਂ ਸੇਵਾਵਾਂ ਜਾਰੀ ਰੱਖਣ ਲਈ ਪ੍ਰਤੀਨਿਧ ਸਦਨ ਵੱਲੋਂ ਬਿੱਲ ਪਾਸ। ਰੋਨਿਲ ਵਿਕਰਮਾਸਿੰਘੇ ਨੇ ਸ਼੍ਰੀਲੰਕਾ ਦੇ ਅੰਤਰਿਮ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਹੁਣ ਖਬਰਾਂ ਦਾ ਵਿਸਥਾਰ। ਅਮਰੀਕਾ ਵਿੱਚ ਮੌਂਟਾਨਾ ਰਾਜ ਵਿੱਚ ਇੰਟਰਸਟੇਟ 90 ਦੇ ਸ਼ੁੱਕਰਵਾਰ ਸ਼ਾਮ ਨੂੰ ਘੱਟੋ-ਘੱਟ 20 ਵਾਹਨਾਂ ਦੇ ਆਪਸ ਵਿੱਚ ਟਕਰਾ ਜਾਣ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਵੀ ਹੋਏ ਹਨ। ਗਵਰਨਰ ਗ੍ਰੇਗ ਗਿਆਫੋਰਡਟ ਨੇ ਟਵੀਟ ਕੀਤਾ, ਮੈਂ ਹਾਰਡਿਨ ਦੇ ਨੇੜੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਨਾਲ ਬਹੁਤ ਦੁਖੀ ਹਾਂ। ਕਿਰਪਾ ਮੇਰੇ ਨਾਲ ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਦੁਆ ਕਰੋ। ਅਸੀਂ ਬਚਾਓ ਕਰਮਚਾਰੀਆਂ ਦੇ ਉਹਨਾਂ ਦੀ ਸੇਵਾ ਲਈ ਧੰਨਵਾਦੀ ਹਾਂ। समाचार चैनल KTV ਦੀਆਂ ਖਬਰਾਂ ਮੁਤਾਬਿਕ ਇਹ ਹਾਦਸਾ ਹਾਰਡਿਨ ਤੋਂ 5 ਕਿਲੋਮੀਟਰ ਦੂਰ ਪੱਛਮ ਵਿੱਚ ਵਾਪਰਿਆ। ਮੌਂਟਾਨਾ ਹਾਈਵੇ ਪੈਟਰੋਲ ਸਰਜੈਂਟ ਨੇ ਨੇਲਸਨ ਨੇ MTN ਨਿਊਜ਼ ਨੂੰ ਦੱਸਿਆ ਕਿ ਹਾਦਸੇ ਦੀ ਸੂਚਨਾ ਸ਼ਾਮ ਕਰੀਬ 4:30 ਵਜੇ ਮਿਲੀ ਅਤੇ ਬਚਾਅ ਕਰਮਚਾਰੀ 90 ਮਿੰਟ ਬਾਅਦ ਹਾਦਸੇ ਵਾਲੀ ਥਾਂ ਤੇ ਪੁੱਜੇ। ਅਮਰੀਕਾ ਦੀ ਪ੍ਰਤੀਨਿਧੀ ਸਭਾ ਨੇ ਵੀਰਵਾਰ ਨੂੰ ਰੂਸ ਤੋਂ S-400 ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦਣ ਲਈ ਭਾਰਤ ਨੂੰ CAA-TSA ਪਾਬੰਦੀਆਂ ਤੋਂ ਵਿਸ਼ੇਸ਼ ਛੋਟ ਦੇਣ ਵਾਲਾ ਸੋਧਿਆ ਬਿੱਲ ਪਾਸ ਕਰ ਦਿੱਤਾ ਹੈ। ਭਾਰਤੀ ਅਮਰੀਕੀ ਸੰਸਦ ਮੈਂਬਰ ਰੋ ਖੰਨਾ ਦੁਆਰਾ ਪੇਸ਼ ਕੀਤੇ ਗਏ ਸੋਧੇ ਹੋਏ ਬਿੱਲ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਤੋਂ ਭਾਰਤ ਨੂੰ ਚੀਨ ਵਰਗੇ ਹਮਲਾਵਰ ਰੁਖ ਵਾਲੇ ਦੇਸ਼ ਨੂੰ ਰੋਕਣ ਲਈ ਮਦਦ ਕਰਨ ਲਈ ਕਾਊਂਟਰਿੰਗ America's Advisors Through Sanction Act CAA-TSA ਤੋਂ ਛੂਟ ਦਿਵਾਉਣ ਲਈ ਆਪਣੇ ਅਧਿਕਾਰ ਦੀ ਵਰਤੋਂ ਕਰਨ ਦੀ ਬੇਨਤੀ ਕੀਤੀ ਗਈ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਪੁਲਾੜ ਯਾਤਰੀ ਸ਼ੁੱਕਰਵਾਰ ਨੂੰ ਐਲਾਨ ਇੱਕ ਸਮਝੌਤੇ ਤਹਿਤ ਫਿਰ ਤੋਂ ਰੂਸੀ ਰਾਕਟ ਤੇ ਸਵਾਰ ਹੋਣਗੇ। ਉੱਥੇ ਪੁਲਾੜ ਯਾਤਰੀ SpaceX ਰਾਹੀਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਪਹੁੰਚਣਗੇ। ਨਾਸਾ ਅਤੇ ਰੂਸੀ ਅਧਿਕਾਰੀਆਂ ਮੁਤਾਬਿਕ ਸਮਝੌਤੇ ਤਹਿਤ ਇਹ ਯਕੀਨੀ ਕੀਤਾ ਜਾਵੇਗਾ ਕਿ ਪੁਲਾੜ ਸਟੇਸ਼ਨ ਦੇ ਸੁਚਾਰੂ ਸੰਚਾਲਨ ਲਈ ਉੱਥੇ ਹਮੇਸ਼ਾ ਘੱਟੋ-ਘੱਟ ਇੱਕ ਅਮਰੀਕੀ ਅਤੇ ਇੱਕ ਰੂਸੀ ਪੁਲਾੜ ਯਾਤਰੀ ਮੌਜੂਦ ਰਹਿਣ। ਇਸ ਸਮਝੌਤੇ ਨੂੰ ਲੈ ਕੇ ਲੰਮੇ ਸਮੇਂ ਤੋਂ ਗੱਲਬਾਤ ਚੱਲ ਰਹੀ ਸੀ ਅਤੇ ਯੂਕਰੇਨ ਵਿੱਚ ਜਾਰੀ ਯੁੱਧ ਦੇ ਬਾਵਜੂਦ ਇਸ ਨੂੰ ਅੰਤਿਮ ਰੂਪ ਦਿੱਤਾ ਗਿਆ। ਅਮਰੀਕੀ ਪੁਲਾੜ ਯਾਤਰੀ ਫਰੈਂਕ ਰਿਬਿਊ ਦੇ ਰੂਸੀ ਪੁਲਾੜ ਯਾਤਰੀਆਂ ਨਾਲ ਸਤੰਬਰ ਵਿੱਚ ਕਜ਼ਾਕਿਸਤਾਨ ਤੋਂ ਪੁਲਾੜ ਸਟੇਸ਼ਨ ਲਈ ਰਵਾਨਾ ਹੋਣਗੇ। ਇਸ ਮਹੀਨੇ ਰੂਸੀ ਪੁਲਾੜ ਯਾਤਰੀ ਐਨਾ ਕਿਕਨਾ ਫਲੋਰੀਆ 'ਚ SpaceX ਰਾਕਟ ਤੇ ਉਡਾਨ ਭਰੇਗਾ, ਜਿਸ ਵਿੱਚ 2 ਅਮਰੀਕੀ ਅਤੇ 1 ਜਾਪਾਨੀ ਪੁਲਾੜ ਯਾਤਰੀ ਵੀ ਸਵਾਰ ਹੋਣਗੇ। ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਈਆ 80 ਦੇ ਨੇੜੇ ਪੁੱਜਣ ਨਾਲ ਕੱਚੇ ਤੇਲ ਤੋਂ ਲੈ ਕੇ ਇਲੈਕਟ੍ਰੋਨਿਕ ਵਸਤਾਂ ਦੀ ਦਰਾਮਦ, ਵਿਦੇਸ਼ੀ ਸਿੱਖਿਆ ਅਤੇ ਵਿਦੇਸ਼ ਯਾਤਰਾਵਾਂ ਮਹਿੰਗੀਆਂ ਹੋ ਜਾਣਗੀਆਂ, ਜਦਕਿ ਮਹਿੰਗਾਈ ਦੀ ਸਥਿਤੀ ਵਿਗੜਨ ਦਾ ਖਦਸ਼ਾ ਪੈਦਾ ਹੋ ਸਕਦਾ ਹੈ। ਰੁਪਏ ਦੀ ਗਿਰਾਵਟ ਦਾ ਮੁੱਢਲਾ ਅਤੇ ਤਤਕਾਲ ਪ੍ਰਭਾਵ ਦਰਾਮਦਕਾਰਾਂ ਤੇ ਪੈਦਾ ਹੁੰਦਾ ਹੈ, ਜਿਨ੍ਹਾਂ ਨੂੰ ਉਸੇ ਮਾਤਰਾ ਅਤੇ ਕੀਮਤ ਲਈ ਵਧੇਰੇ ਖਰਚ ਕਰਨਾ ਪਵੇਗਾ। ਹਾਲਾਂਕਿ ਇਹ ਬਰਾਮਦਗਾਰਾਂ ਲਈ ਵਰਦਾਨ ਹੈ, ਕਿਉਂਕਿ ਉਹਨਾਂ ਨੂੰ ਡਾਲਰ ਦੇ ਬਦਲੇ ਜ਼ਿਆਦਾ ਰੁਪਏ ਮਿਲਦੇ ਨੇ। ਭਾਰਤ ਪੈਟਰੋਲ, ਡੀਜ਼ਲ ਅਤੇ ਜੈਟ ਇੰਧਨ ਵਰਗੀਆਂ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਦੇਸ਼ੀ ਤੇਲ ਤੇ 85% ਨਿਰਭਰ ਹੈ। ਰੁਪਈਆ ਜੋ ਵੀਰਵਾਰ ਨੂੰ ਇੱਕ ਅਮਰੀਕੀ ਡਾਲਰ ਦੇ ਮੁਕਾਬਲੇ 79.99 ਰੁਪਏ ਦੇ ਸਭ ਤੋਂ ਸਮੇਂ ਦੇ ਹੇਠਲੇ ਪੱਧਰ ਤੇ ਬੰਦ ਹੋਇਆ ਸੀ, ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ 7 ਪੈਸੇ ਦੀ ਮਜ਼ਬੂਤੀ ਨਾਲ 79.92 ਤੱਕ ਪਹੁੰਚ ਗਿਆ। ਭਾਰਤੀ ਦਰਾਮਦਾਂ ਦੀ ਟੋਕਰੀ ਵਿੱਚ ਕੱਚਾ ਤੇਲ, ਕੋਲਾ, ਪਲਾਸਟਿਕ ਸਮੱਗਰੀ, ਰਸਾਇਣ, ਇਲੈਕਟ੍ਰੋਨਿਕ ਵਸਤਾਂ, ਬਨਸਪਤੀ ਤੇਲ, ਖਾਦ, ਮਸ਼ੀਨਰੀ, ਸੋਨਾ, ਮੋਤੀ, ਕੀਮਤੀ ਅਤੇ ਅਰਧ ਕੀਮਤੀ ਪੱਥਰਾਂ ਅਤੇ ਲੋਹਾ ਅਤੇ ਸਟੀਲ ਸ਼ਾਮਿਲ ਹਨ। ਦਰਾਮਦਕਾਰਾਂ ਨੂੰ ਆਯਾਤ ਕੀਤੀਆਂ ਚੀਜ਼ਾਂ ਲਈ ਭੁਗਤਾਨ ਕਰਨ ਲਈ ਅਮਰੀਕੀ ਡਾਲਰ ਖਰੀਦਣ ਦੀ ਲੋੜ ਹੁੰਦੀ ਹੈ। ਰੁਪਏ ਵਿੱਚ ਗਿਰਾਵਟ ਨਾਲ ਵਸਤਾਂ ਦੀ ਦਰਾਮਦ ਹੋਰ ਮਹਿੰਗੀ ਹੋ ਜਾਵੇਗੀ। ਸਿਰਫ ਤੇਲ ਹੀ ਨਹੀਂ, ਬਲਕਿ ਇਲੈਕਟ੍ਰੋਨਿਕ ਵਸਤੂਆਂ ਜਿਵੇਂ ਕਿ ਮੋਬਾਈਲ ਫੋਨ, ਕੁਝ ਕਾਰਾਂ ਅਤੇ ਉਪਕਰਨ ਮਹਿੰਗੇ ਹੋਣ ਦੀ ਵੀ ਸੰਭਾਵਨਾ ਹੈ।
ਡੈਮੋਕ੍ਰੈਟਿਕ ਦੀ ਬਹੁਮਤ ਵਾਲੇ ਪ੍ਰਤੀਨਿਧ ਸਦਨ ਨੇ ਸੰਘੀ ਪੱਧਰ ਉੱਤੇ ਗਰਭਪਾਤ ਦੀਆਂ ਸੇਵਾਵਾਂ ਜਾਰੀ ਰੱਖਣ ਦੇ ਮਕਸਦ ਨਾਲ ਇੱਕ ਤੋਂ ਵੱਧ ਬਿੱਲ ਪਾਸ ਕਰ ਦਿੱਤੇ ਹਨ। ਰਾਸ਼ਟਰਪਤੀ ਬਾਈਡਨ ਦੀ ਅਗਵਾਈ ਵਾਲੀ ਡੈਮੋਕ੍ਰੈਟਿਕ ਸਰਕਾਰ ਨੇ ਇਹ ਬਿੱਲ ਸੁਪਰੀਮ ਕੋਰਟ ਦੇ ਨਿਰਣੇ ਉਪਰੰਤ ਲਿਆਂਦੇ ਹਨ, ਜਿਸ ਨਿਰਣੇ ਤਹਿਤ ਔਰਤਾਂ ਦੇ ਗਰਭਪਾਤ ਦੇ ਅਧਿਕਾਰ ਨੂੰ ਖਤਮ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਬਾਈਡਨ ਪ੍ਰਸ਼ਾਸਨ ਹਸਪਤਾਲਾਂ ਦੇ ਡਾਕਟਰਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਚੁੱਕਾ ਹੈ ਕਿ ਮਾਂ ਦੀ ਜਾਨ ਜੋਖਮ ਵਿੱਚ ਹੋਵੇ ਤਾਂ ਉਹਨਾਂ ਨੂੰ ਗਰਭਪਾਤ ਕਰਨਾ ਹੀ ਪਵੇਗਾ। ਸੁਪਰੀਮ ਕੋਰਟ ਨੇ ਆਪਣੇ ਨਿਰਣੇ ਵਿੱਚ ਕਿਹਾ ਕਿ ਗਰਭਪਾਤ ਕਦੇ ਵੀ ਔਰਤਾਂ ਦਾ ਸੰਵਿਧਾਨਿਕ ਅਧਿਕਾਰ ਨਹੀਂ ਰਿਹਾ। ਹੁਣ ਇਹ ਬਿੱਲ ਸੈਨੇਟ ਵਿੱਚ ਜਾਵੇਗਾ, ਜਿੱਥੇ ਡੈਮੋਕ੍ਰੈਟਿਕ ਪਾਰਟੀ ਕੋਲ ਬਹੁਮਤ ਨਹੀਂ ਹੈ, ਪਰੰਤੂ ਕੁਝ ਰਿਪਬਲਿਕਨ ਮੈਂਬਰਾਂ ਦੇ ਸਮਰਥਨ ਨਾਲ ਇਹ ਬਿੱਲ ਪਾਸ ਹੋ ਜਾਣ ਦੀ ਆਸ ਕੀਤੀ ਜਾ ਸਕਦੀ ਹੈ। ਪ੍ਰਤੀਨਿਧ ਸਦਨ ਵੱਲੋਂ ਪਹਿਲਾ ਬਿੱਲ HR 8296 ਵੂਮਨਸ ਹੈਲਥ ਪ੍ਰੋਟੈਕਸ਼ਨ ਐਕਟ 2022 ਪਾਸ ਕੀਤਾ ਗਿਆ ਹੈ, ਜਿਸ ਬਿੱਲ ਨੂੰ ਕੈਲੀਫੋਰਨੀਆ ਦੇ ਡੈਮੋਕ੍ਰੈਟਿਕ ਪ੍ਰਤੀਨਿਧ ਜੂਡੀ ਚੂ ਨੇ ਲਿਆਂਦਾ ਸੀ। ਰਾਸ਼ਟਰੀ ਪੱਧਰ ਉੱਪਰ ਗਰਭਪਾਤ ਦੀਆਂ ਸੇਵਾਵਾਂ ਦੇਣ ਦੇ ਮਕਸਦ ਨਾਲ ਲਿਆਂਦੇ ਇਸ ਬਿੱਲ ਦੇ ਹੱਕ ਵਿੱਚ 219 ਦੇ ਵਿਰੋਧ ਵਿੱਚ 210 ਵੋਟਾਂ ਪਈਆਂ। ਟੈਕਸਾਸ ਦੇ ਡੈਮੋਕ੍ਰੈਟਿਕ ਮੈਂਬਰ ਹੈਨਰੀ ਕੋਲਾਰ ਨੇ ਬਿੱਲ ਦੇ ਵਿਰੋਧ ਵਿੱਚ ਵੋਟ ਪਾਈ। ਪ੍ਰਤੀਨਿਧ ਸਦਨ ਵੱਲੋਂ ਦੂਸਰਾ ਬਿੱਲ HR 8297 Ensuring Access to Abortion Act 2022 ਪਾਸ ਕੀਤਾ ਗਿਆ। ਇਹ ਬਿੱਲ ਟੈਕਸਾਸ ਦੇ ਡੈਮੋਕ੍ਰੈਟਿਕ ਪ੍ਰਤੀਨਿਧ ਲੀਜ਼ੀ ਫਲੈਚਰ ਵੱਲੋਂ ਲਿਆਂਦਾ ਗਿਆ ਸੀ। ਇਹ ਬਿੱਲ 2005 ਦੇ ਮੁਕਾਬਲੇ 2023 ਵੋਟਾਂ ਨਾਲ ਪਾਸ ਹੋ ਗਿਆ। ਮਿਸ਼ੀਗਨ ਦੇ ਰਿਪਬਲਿਕਨ ਮੈਂਬਰ ਫਰੈਡ ਉਪਟਾਨ ਤੇ ਇਲੀਨੋਇਸ ਦੇ ਰਿਪਬਲਿਕਨ ਮੈਂਬਰ ਐਡਮ ਕਿੰਜ਼ੀਨਗਰ ਸਮੇਤ ਕੁਝ ਹੋਰ ਰਿਪਬਲਿਕਨ ਮੈਂਬਰਾਂ ਨੇ ਬਿੱਲ ਦੇ ਹੱਕ ਵਿੱਚ ਵੋਟ ਪਾਈ। ਜੇਕਰ ਇਹ ਬਿੱਲ ਸੈਨੇਟ ਵੱਲੋਂ ਪ੍ਰਵਾਨ ਕਰ ਲਿਆ ਜਾਂਦਾ ਹੈ ਤਾਂ ਅਮਰੀਕਾ ਭਰ ਵਿੱਚ ਗਰਭਪਾਤ ਦੇ ਰਾਹ ਵਿੱਚ ਖੜੀਆਂ ਹੋਈਆਂ ਰੋਕਾਂ ਖਤਮ ਹੋ ਜਾਣਗੀਆਂ ਤੇ ਸੁਪਰੀਮ ਕੋਰਟ ਦਾ ਨਿਰਣਾ ਬੇਅਸਰ ਹੋ ਜਾਵੇਗਾ। ਰਣਿਲ ਵਿਕਰਮਸਿੰਘੇ ਨੇ ਸ਼੍ਰੀਲੰਕਾ ਦੇ ਅੰਤਰਿਮ ਰਾਸ਼ਟਰਪਤੀ ਵਜੋਂ ਅਹੁਦੇ ਦੀ ਸਹੁੰ ਚੁੱਕ ਲਈ। ਉਹ ਉਸ ਸਮੇਂ ਤੱਕ ਅਹੁਦੇ ਤੇ ਬਣੇ ਰਹਿਣਗੇ ਜਦੋਂ ਤੱਕ ਸਦਨ ਗੋਟਾਬਾਇਆ ਰਾਜਪਕਸ਼ੇ ਦੇ ਉੱਤਰਾਧਿਕਾਰੀ ਦੀ ਚੋਣ ਨਹੀਂ ਕਰ ਲੈਂਦਾ। ਰਣਿਲ ਨੇ ਕਾਨੂੰਨ ਤੇ ਵਿਵਸਥਾ ਬਣਾਈ ਰੱਖਣ ਅਤੇ ਸੰਵਿਧਾਨ ਦੀ 19ਵੀਂ ਸੋਧ ਨੂੰ ਮੁੜ ਸੁਰਜੀਤ ਕਰਨ ਦਾ ਸੰਕਲਪ ਲਿਆ, ਜਿਸ ਦਾ ਉਦੇਸ਼ ਸੰਸਦ ਨੂੰ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਸ਼ਕਤੀ ਪ੍ਰਦਾਨ ਕਰਨਾ ਹੈ। ਰਾਜਪਕਸ਼ੇ ਫਿਲਹਾਲ ਸਿੰਗਾਪੁਰ ਵਿੱਚ ਨੇ। ਉਹਨਾਂ ਈਮੇਲ ਰਾਹੀਂ ਆਪਣਾ ਅਸਤੀਫਾ ਸਪੀਕਰ ਮਹਿੰਦਾ ਯਾਪਾ ਅਬੇਵਰਹੰਦਨਾ ਨੂੰ ਭੇਜ ਦਿੱਤਾ, ਜਿਨ੍ਹਾਂ ਕਿਹਾ ਕਿ ਰਾਜਪਕਸ਼ੇ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ। ਦੇਸ਼ ਨੂੰ ਦਿਵਾਲੀਆ ਕਰ ਦੇਣ ਵਾਲੀ ਅਰਥ ਵਿਵਸਥਾ ਨੂੰ ਗਲਤ ਢੰਗ ਨਾਲ ਸੰਭਾਲਣ ਲਈ ਆਪਣੀ ਸਰਕਾਰ ਦੇ ਖਿਲਾਫ ਵੱਡੇ ਪੈਮਾਨੇ ਤੇ ਵਿਰੋਧ ਪ੍ਰਦਰਸ਼ਨ ਦੇ ਕਾਰਨ ਸੰਕਟ ਵਿੱਚ ਘਿਰੇ ਨੇਤਾ ਰਾਜਪਕਸ਼ੇ ਦਾ ਅਸਤੀਫਾ ਮਾਲਦੀਵ ਭੱਜਣ ਦੇ 2 ਦਿਨ ਬਾਅਦ ਆਇਆ ਅਤੇ ਫਿਰ ਉਹ ਸਿੰਗਾਪੁਰ ਭੱਜ ਗਏ। ਵਿਕਰਮਸਿੰਘੇ ਨੇ ਚੀਫ ਜਸਟਿਸ ਜਯੰਤ ਜੈਸੂਰੀਆ ਦੇ ਸਾਹਮਣੇ ਸ਼੍ਰੀਲੰਕਾ ਦੇ ਕਾਰਜਕਾਰੀ ਰਾਸ਼ਟਰਪਤੀ ਵਜੋਂ ਅਹੁਦੇ ਦੀ ਸਹੁੰ ਚੁੱਕੀ। ਵਿਕਰਮਸਿੰਘੇ, ਜੋ ਕਿ ਪ੍ਰਧਾਨ ਮੰਤਰੀ ਵੀ ਹਨ, ਨੇ ਅਹੁਦੇ ਦੀ ਸਹੁੰ ਚੁੱਕਣ ਦੇ ਬਾਅਦ ਸੰਸਦ ਨੂੰ ਸੰਬੋਧਨ ਕਰਦਿਆਂ ਦੇਸ਼ ਵਿੱਚ ਕਾਨੂੰਨ ਤੇ ਵਿਵਸਥਾ ਨੂੰ ਸਖਤੀ ਨਾਲ ਬਣਾਈ ਰੱਖਣ ਦਾ ਸੰਕਲਪ ਲਿਆ, ਜਿਸ ਵਿੱਚ ਸਰਕਾਰ ਖਿਲਾਫ ਵੱਡੇ ਪੈਮਾਨੇ ਤੇ ਪ੍ਰਦਰਸ਼ਨ ਹੋਏ ਅਤੇ ਸਰਕਾਰੀ ਇਮਾਰਤਾਂ ਤੇ ਕਬਜ਼ਾ ਕਰ ਲਿਆ ਗਿਆ। ਸ਼੍ਰੀਲੰਕਾ ਦੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਮਹਿੰਦਰਾ ਰਾਜਪਕਸ਼ੇ ਅਤੇ ਸਾਬਕਾ ਵਿੱਤ ਮੰਤਰੀ ਬਾਸਿਲ ਰਾਜਪਕਸ਼ੇ ਦੇ ਦੇਸ਼ ਛੱਡਣ ਦੇ 28 ਜੁਲਾਈ ਤੱਕ ਰੋਕ ਲਗਾ ਦਿੱਤੀ ਹੈ। ਚੋਟੀ ਦੀ ਅਦਾਲਤ ਵਿੱਚ ਆਰਥਿਕ ਸੰਕਟ ਤੇ ਗਲੋਬਲ ਨਾਗਰਿਕ ਸੰਸਥਾ ਸੰਗਠਨ ਟ੍ਰਾਂਸਪੈਰੈਂਸੀ ਇੰਟਰਨੈਸ਼ਨਲ ਵੱਲੋਂ ਦਾਇਰ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ ਇਹ ਹੁਕਮ ਦਿੱਤਾ। ਪਟੀਸ਼ਨ 17 ਜੂਨ ਨੂੰ ਦਾਇਰ ਕੀਤੀ ਗਈ ਸੀ। ਪਟੀਸ਼ਨ ਵਿੱਚ ਅਦਾਲਤ ਤੋਂ ਰਾਜਪਕਸ਼ੇ ਭਰਾਵਾਂ, ਸੈਂਟਰਲ ਬੈਂਕ ਦੇ ਸਾਬਕਾ ਗਵਰਨਰ ਅਜੀਤ ਨਿਵਾਰਡ ਕਾਬਰਾਲ ਅਤੇ ਸਾਬਕਾ ਵਿੱਤ ਮੰਤਰੀ SR ਅਤਗਾਲਾ ਦੀ ਵਿਦੇਸ਼ ਯਾਤਰਾ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਸੀ। ਪਟੀਸ਼ਨਕਰਤਾ ਨੇ ਦਾਅਵਾ ਕੀਤਾ ਸੀ ਕਿ ਇਹ ਲੋਕ ਸ਼੍ਰੀਲੰਕਾ ਦੇ ਵਿਦੇਸ਼ੀ ਕਰਜ਼ ਦਾ ਬੋਝ ਕਾਫੀ ਵਧਣ, ਲੋਨ ਅਦਾਇਗੀ ਵਿੱਚ ਡਿਫਾਲਟ ਅਤੇ ਮੌਜੂਦਾ ਆਰਥਿਕ ਸੰਕਟ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ। ਸਾਬਕਾ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇ ਛੋਟੇ ਭਰਾ ਬਾਸਿਲ ਨੇ ਮੰਗਲਵਾਰ ਨੂੰ ਸੰਕਟ ਨਾਲ ਘਿਰਿਆ ਦੇਸ਼ ਛੱਡ ਕੇ ਜਾਣ ਦੀ ਕੋਸ਼ਿਸ਼ ਕੀਤੀ ਸੀ। ਗੋਟਾਬਾਇਆ ਰਾਜਪਕਸ਼ੇ ਖੁਦ ਆਪਣੀ ਸਰਕਾਰ ਵਿਰੁੱਧ ਵਿਆਪਕ ਵਿਰੋਧ ਪ੍ਰਦਰਸ਼ਨ ਵਿੱਚ ਚੱਲਦੇ ਬੁੱਧਵਾਰ ਨੂੰ ਮਾਲਦੀਵ ਭੱਜ ਗਏ ਸਨ ਅਤੇ ਬਾਅਦ ਵਿੱਚ ਵੀਰਵਾਰ ਨੂੰ ਉੱਥੋਂ ਸਿੰਗਾਪੁਰ ਚਲੇ ਗਏ ਸਨ। ਜ਼ਿਕਰਯੋਗ ਹੈ ਕਿ 2.2 ਕਰੋੜ ਦੀ ਆਬਾਦੀ ਵਾਲਾ ਦੇਸ਼ ਸ਼੍ਰੀਲੰਕਾ 7 ਦਹਾਕਿਆਂ ਵਿੱਚ ਸਭ ਤੋਂ ਖਰਾਬ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ, ਜਿਸ ਦੇ ਚੱਲਦੇ ਲੋਕ ਖਾਦ ਪਦਾਰਥ, ਦਵਾਈ, ਈਂਧਨ ਅਤੇ ਹੋਰ ਜ਼ਰੂਰੀ ਵਸਤਾਂ ਖਰੀਦਣ ਲਈ ਸੰਘਰਸ਼ ਕਰ ਰਹੇ ਨੇ। ਦੇਸ਼ ਵਿੱਚ ਵਿਦੇਸ਼ੀ ਮੁਦਰਾ ਦਾ ਗੰਭੀਰ ਸੰਕਟ ਹੈ ਅਤੇ ਇਸ ਦੇ ਚੱਲਦੇ ਉਹ ਵਿਦੇਸ਼ੀ ਕਰਜ਼ ਦਾ ਭੁਗਤਾਨ ਵੀ ਨਹੀਂ ਕਰ ਪਾ ਰਿਹਾ। ਪਾਕਿਸਤਾਨ ਦੇ ਇੱਕ ਅਦਾਲਤ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਛੋਟੇ ਪੁੱਤਰ ਸੁਲੇਮਾਨ ਸ਼ਾਹਬਾਜ਼ ਅਤੇ ਇੱਕ ਹੋਰ ਵਿਅਕਤੀ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਭਗੌੜਾ ਕਰਾਰ ਦਿੱਤਾ ਹੈ। ਪਾਕਿਸਤਾਨੀ ਅਖਬਾਰ ਡੌਨ ਦੀ ਰਿਪੋਰਟ ਮੁਤਾਬਿਕ ਲਾਹੌਰ ਸਪੈਸ਼ਲ ਕੋਰਟ ਸੈਂਟਰਲ 1 ਨੇ ਸੁਲੇਮਾਨ ਸ਼ਾਹਬਾਜ਼ ਅਤੇ ਤਾਹਿਰ ਨਕਵੀ ਨੂੰ ਅਪਰਾਧੀ ਐਲਾਨ ਦਿੱਤਾ ਹੈ। ਸਮਨ ਜਾਰੀ ਹੋਣ ਦੇ ਬਾਵਜੂਦ ਦੋਵੇਂ ਮੁਲਜ਼ਮ ਅਦਾਲਤ ਵਿੱਚ ਪੇਸ਼ ਨਹੀਂ ਹੋਏ।
ਫੈਡਰਲ ਇਨਵੈਸਟੀਗੇਸ਼ਨ ਏਜੰਸੀ FIA ਨੇ ਨਵੰਬਰ 2020 ਵਿੱਚ ਸ਼ਹਬਾਜ਼ ਸ਼ਰੀਫ ਅਤੇ ਉਸ ਦੇ ਪੁੱਤਰਾਂ ਹਮਜ਼ਾ ਸ਼ਹਿਬਾਜ਼ ਅਤੇ ਸੁਲੇਮਾਨ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਐਂਟੀ ਮਨੀ ਲਾਂਡਰਿੰਗ ਐਕਟ ਦੇ ਤਹਿਤ ਕੇਸ ਦਰਜ ਕੀਤਾ ਸੀ। 28 ਮਈ ਨੂੰ ਸੁਲੇਮਾਨ ਸ਼ਹਬਾਜ਼ ਅਤੇ ਨਕਵੀ ਦੇ ਖਿਲਾਫ गिरफ्तारी वारंट जारी किया गया सी। इसे मामले विच अदालत ने एक होर शक्की मलिक मकसूद उर्फ मकसूद चपड़ासी लई भी गिरफ्तारी वारंट जारी किया सी, जिसकी पिछले महीने संयुक्त अरब अमीरात विच मौत हो गई सी। फैडरल इन्वेस्टिगेशन एजेंसी ने 11 जून ਨੂੰ ਸੁਲੇਮਾਨ ਨਕਵੀ ਅਤੇ ਮਕਸੂਦ ਲਈ ਜਾਰੀ ਗੈਰ ਜ਼ਮਾਨਤੀ ਵਾਰੰਟਾਂ ਬਾਰੇ ਰਿਪੋਰਟ ਸੌਂਪੀ ਸੀ। FIA ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਵਾਰੰਟ ਤੇ ਅਮਲ ਨਹੀਂ ਹੋ ਸਕਿਆ ਕਿਉਂਕਿ ਸੁਲੇਮਾਨ ਆਪਣੇ ਪਤੇ ਤੇ ਮੌਜੂਦ ਨਹੀਂ ਸੀ ਅਤੇ ਵਿਦੇਸ਼ ਚਲਾ ਗਿਆ ਸੀ। ਸੁਣਵਾਈ ਦੌਰਾਨ ਅਦਾਲਤ ਨੇ ਸੁਲੇਮਾਨ ਅਤੇ ਨਕਵੀ ਦੀਆਂ ਜਾਇਦਾਦਾਂ ਦੇ ਨਾਲ-ਨਾਲ ਮਕਸੂਦ ਦੇ ਮੌਤ ਦੇ ਸਰਟੀਫਿਕੇਟ ਬਾਰੇ ਵੀ ਜਾਣਕਾਰੀ ਮੰਗੀ। ਅਦਾਲਤ ਨੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਦੀ ਪੇਸ਼ੀ ਤੇ ਹਾਜ਼ਰ ਹੋਣ ਤੋਂ ਇੱਕ ਵਾਰ ਵੀ ਛੋਟ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ, ਪਰ ਨਿਰਦੇਸ਼ ਦਿੱਤਾ ਕਿ ਉਹ ਅਗਲੀ ਵਾਰ ਸੁਣਵਾਈ ਤੇ ਅਦਾਲਤ ਵਿੱਚ ਪੇਸ਼ ਹੋਣ। ਇਸ ਦੇ ਨਾਲ ਹੀ ਅਦਾਲਤ ਨੇ ਮਾਮਲੇ ਦੀ ਸੁਣਵਾਈ 30 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ। ਦਸੰਬਰ 2021 ਵਿੱਚ FIA ਨੇ ਖੰਡ ਘੁਟਾਲੇ ਦੇ ਮਾਮਲੇ ਵਿੱਚ 16 ਅਰਬ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਸ਼ਹਬਾਜ਼ ਅਤੇ ਹਮਜ਼ਾ ਵਿਰੁੱਧ ਚਲਾਨ ਪੇਸ਼ ਕੀਤਾ ਸੀ। बीते दिन अमरीका के सूबे न्यू जर्सी विच मिस इंडिया वर्ल्ड वाइड सुंदरता के होए मुकाबलिਆਂ ਵਿੱਚ ਭਾਰਤੀ ਮੂਲ ਦੀ ਖੁਸ਼ੀ ਪਟੇਲ ਜੇਤੂ ਰਹੀ। ਖੁਸ਼ੀ ਪਟੇਲ ਅਮਰੀਕਾ ਵਿੱਚ ਯੂਨੀਵਰਸਿਟੀ ਆਫ ਸੈਂਟਰਲ ਫਲੋਰੀਡਾ ਵਿੱਚ ਤੀਜੇ ਸਾਲ ਦੀ ਪ੍ਰੀ-ਮੇਡ ਦੀ ਵਿਦਿਆਰਥਣ ਹੈ। ਮਿਸ ਇੰਡੀਆ ਵਰਲਡ ਵਾਈਡ 2022 ਦੇ ਇਹ ਮੁਕਾਬਲੇ ਅਮਰੀਕਾ ਦੇ ਰਾਜ ਨਿਊ ਜਰਸੀ ਦੇ ਭਾਰਤੀ ਰੈਸਟੋਰੈਂਟ ਰਾਇਲ ਐਲਬਰਟ ਪੈਲੇਸ ਫੋਰਡ ਨਿਊ ਜਰਸੀ ਵਿੱਚ ਆਯੋਜਿਤ ਕੀਤੇ ਗਏ ਸਨ। पंजाबी यूनिवर्सिटी पटियाला के अंग्रेजी विभाग के मुखी डॉक्टर राजेश शर्मा अजकल कैलीफोर्निया दौरे ते हन। इस दौरान वो पंजाब मिल USA TV के दफ्तर विखे विशेष तौर पर पहुंचे। उन्हां नाल पंजाबी साहित्य सभा के प्रधान दिल निज्जर भी सन। इस दौरान पंजाब की सिक्ख्या की मौजूदा स्थिति बारे विचार वटांदरे होए। डॉक्टर शर्मा ने कहा कि सरकारां वल्लों माली मदद ना मिलण कारण पंजाब विच सिक्ख्या का म्यार थल्ले नूं जा रहा है। कोरोना वायरस महामारी कारण रूटीन सेहत सेवावां विच विघन पैण जां टीकाकरण बारे गलत जानकारी दे फैलन कारण दुनिया भर विच लगभग 2 करोड़ 50 ਲੱਖ ਬੱਚਿਆਂ ਨੂੰ डिप्थीरिया, टैटनस ਅਤੇ खाली खंघ वर्गियां बीमारियां तो बचाव लई नियमित टीकाकरण नहीं हो सकिया। विश्व सेहत संगठन WHO ਅਤੇ संयुक्त राष्ट्र चिल्ड्रनस एमरजेंसी फंड UNICEF द्वारा सरकार ਨੂੰ प्रकाशित एक नवी रिपोर्ट विच कहा गया है कि उन्हां दे आंकड़ियां अनुसार पिछले साल लगभग 2 करोड़ 50 ਲੱਖ ਬੱਚਿਆਂ ਦਾ डिप्थीरिया, टैटनस ਅਤੇ काली खंघ वर्गियां बीमारियां तो बचाव लई टीकाकरण नहीं होया। 2019 तो बाद बच्चों के टीकाकरण में कमी आई है। यूनीसेफ की कार्यकारी निर्देशक कैथरीन रसल ने कहा, यह बच्चों की सेहत लई रेड अलर्ट है। उन्होंने कहा, असी एक पीढ़ी में बच्चों के टीकाकरण में लगातार सब तो वड्डी गिरावट वेख रहे हैं। आंकड़ियां के अनुसार जिन्हां बच्चों का टीकाकरण नहीं होया उन्हां विच वड्डी गिणती विच बच्चे इथोपिया, भारत, इंडोनेशिया, नाइजीरिया और फिलीपीन्स वर्गे विकासशील देशों में रहिंदे हन। वैनकूवर कैनेडा के कारोबारी रिपुदमन सिंह मलिक जो 1985 में एयर इंडिया में होए बम धमाका केस चों 2005 में बरी हो गए सन दा वीरवार सवेरे सरी में गोली मार के कतल कर दिता गया। रिपुदमन सिंह मलिक के कतल नूं लैके श्रोमणी अकाली दल दिल्ली सरना के प्रधान परमजीत सिंह सरना ने ट्विटर पर रिपुदमन नाल तस्वीरां साझियां करदियां लिखिया कि मैनू कनेडा विच सरदार रिपुदमन सिंह मलिक के देहांत ते डूंगा दुख होया है। नुकसान ना पूरा होने वाला है। सरदार मलिक ने कई खालसा स्कूल चलाए और कनेडा विच मानवतावादी यत्नां च मोहरी रहे। उन्हां दे परिवार प्रति मेरी दिली हमदर्दी है। असीं उम्मीद करते हैं कि कैनेडियन अधिकारी उसके कतल की डूंघाई नाल जांच करनगे और दोषियों नूं सज़ा दिवाउणगे। जिक्रयोग है कि रिपुदमन सिंह ते कदे खालिस्तानी होने के दोष भी लगे सन। इत्थों तक कि उन्होंने 1985 में होए बम ब्लास्ट धमाके विच लंबे समय तक कनेडा विच केस भी चलिया सी। हालांकि इस विच उन्हां नूं बरी कर दिता गया सी। न्यू मैक्सीको डिस्ट्रिक्ट जज डॉगलस ड्रिगर्स ने लॉस क्रूसस के साबका पुलिस अफसर क्रिस्टोफर स्मेल्सर विरुद्ध लगे सैकंड डिग्री कतल के दोषों नूं रद्द कर दिता है। जज ने कहा कि स्मेल्सर विरुद्ध इस्तगासा पक्ष सबूत पेश नहीं कर सकिया। 2020 विच एंटोनियो वैलेंजुएला नामी व्यक्ति की पुलिस हिरासत विच होई मौत के मामले विच क्रिस्टोफर स्मेल्सर विरुद्ध हत्या के दोष आयद किए गए सन।
ਜਿਨ੍ਹਾਂ ਨੂੰ ਅਦਾਲਤ ਨੇ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਮੁਕੱਦਮੇ ਨੂੰ ਜਾਰੀ ਨਹੀਂ ਰੱਖਿਆ ਜਾ ਸਕਦਾ। ਸਮੈਲਸਰ ਦੀ ਵਕੀਲ ਬੀਬੀ ਐਮੀ ਔਰਲੈਂਡ ਨੇ ਨਿਰਣੇ ਉਪਰੰਤ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਸ ਨਿਰਣੇ ਨਾਲ ਉਸ ਦਾ ਮੁਵੱਕਲ ਸੁੱਖ ਦਾ ਸਾਹ ਲੈ ਸਕੇਗਾ। दूसरे पासे न्यू मैक्सिको के अटॉर्नी जनरल हैक्टर बल्डेयर्स ने अदालत के फैसले का विरोध करदियां कहा कि जज ने गलत किया है। जज ने ज्यूरी नूं सबूतां दे ठीक जां गलत होण बारे निर्णय लैण विच अड़िक्का पा के चंगी उदाहरण पेश नहीं की। ग्लोबल वार्मिंग एक वड्डी समस्या बनती जा रही है। इस दे नाल ही इस साल दुनिया भर के वख-वख इलाकों में हीट वेव देखने को मिली है। वधदी गर्मी कारण ग्लेशियर टुटण के मामले सामने आ रहे हैं। हाल ही में एक हफ्ते में इस संबंधी दो वड्डे मामले सामने आए हैं। उन्हां दा पता सिर्फ इसलिए है क्योंकि जदों वो टुट रहे सन तां उस दौरान लोग उत्थे मौजूद सन अते उन्हां ने इसकी वीडियो बनाई। पहली घटना 3 जुलाई नूं इटली विच वेखण नूं मिली सी। शनिवार नूं इटली के अधिकारियों ने कहा कि उत्तरी इटली विच एवलांच कारण मरण वालियां दी गिणती 11 है अते सारे पीड़ितां दी पछाण कर ली गई है। ये सारे लोग पर्वत आरोही सन जो ग्लेशियर टुटण दौरान पहाड़ ते चढ़ रहे सन। 11 लोग आए अते पत्थर ते बर्फ हेठ दबे गए। ये इटली दे डोलोमाइट पहाड़ां विच मार्मोलाडा ग्लेशियर का एक हिस्सा सी जो एक अपार्टमेंट बिल्डिंग के बराबर सी। जिस थां ते यह ग्लेशियर टुटिया है वो गर्मियों में पहाड़ ते पैदल चढ़न लई सब तो पहुंचण योग थां मन्नी जाती है। मौसम विग्यानियों का कहना है कि ग्लोबल वार्मिंग अते वधदा तापमान बर्फ के टुटण का मुख्य कारण है क्योंकि ग्लेशियर सालों तो पिघल रहे हैं। इस गर्मी में ग्लेशियर आम नालों ज़्यादा पिघल रहे हैं। शायद इस करके वो अस्थिर हो रहे हैं। इटली में एक ग्लेशियर टुटण तो कुछ दिन बाद किर्गिस्तान ते त्यान शान पहाड़ों में एक बर्फ का तूफान देखा गया। इस एवलांच में 9 ब्रिटिश नागरिकों समेत 10 लोग फस गए सन। यह ग्लेशियर इस हफ्ते टुटण वाला सब तो वड्डा ग्लेशियर सी। सारे लोग ट्रैक ते चले गए सन। एक अमरीकी 9 ब्रिटिश समेत 11 लोगों का एक समूह ट्रैक ते गया सी। ग्रुपों के मैंबर हैरी मिशन ने ग्लेशियर के टुटण की आवाज़ सुनी अते उस वल वधिया। इस दौरान देखा जा सकता है कि ग्लेशियर एक वड्डी लहर वांग हिल रहा है। ब्रिटेन के नवे प्रधानमंत्री की दौड़ में तेजी आने के नाल कार्यकारी प्रधानमंत्री बोरिस जॉनसन ने अपने सहयोगियों को कथित तौर पर कहा कि किसी का भी समर्थन करन पर ऋषि सुनक का नहीं। मीडिया में आई एक खबर में यह जानकारी दी गई है। सत्ताधारी कंजरवेटिव पार्टी के जॉनसन ने 7 जुलाई को पार्टी के नेता के तौर पर इस्तीफा दे दिता सी। द टाइम्स अखबार की खबर में कहा गया है कि उन्होंने पार्टी की अगवाई हासिल करने की दौड़ में पछड़ गए नेताओं को अपील की है कि वो साबका वित्त मंत्री और चांसलर सुनक का समर्थन ना करन जो जॉनसन के अपनी ही पार्टी में समर्थन गवाउण लई जिम्मेदार हैं। एक सूत्र ने दस्या कि जॉनसन विदेश मंत्री लिज टरस का समर्थन करवाउण दे चाहवान नज़र आ रहे हैं जिन्हां दी प्रवानगी उन्हां दे कैबिनेट सहयोगियां जैकब रिस-मॉग अते नैडिस डॉरिस ने की है। जॉनसन ने अपने उत्तराधिकारी के तौर पर पेनी मोरडाउंट लई भी कथित तौर पर विकल्प खुले रखे ने। मोरडाउंट जूनियर व्यापार मंत्री है। खबर मुताबिक साबका चांसलर के अस्तीफे नूं अपने कथित तौर पर विश्वासघात के रूप में देख रहे हैं। जॉनसन अते उन्हां दा कैंप किसी का भी समर्थन करो पर ऋषि सुनक का नहीं के रूप में एक गुप्त मुहिम चला रहा है। म्यांमार में सत्ता तो बेदखल की गई नेता सान सूची ने खुद ते लगे चोण धोखाधड़ी के दोषों तो इनकार किया है। एक कानून अधिकारी ने कहा कि राजधानी नेपिता में एक अदालत में शुक्रवार को मामले में पहली बार उन्होंने बयान दर्ज करवाए। फौज ने 2020 में हुई आम चोणों में वोटिंग दौरान वड्डे पद्धर से धोखाधड़ी का दावा करते हुए पिछले साल फरवरी में सूची तो सत्ता खो लई सी। स्वतंत्र चोण निगरान हालांकि फौज के देशों नाल सहमत नहीं हैं। सूची की नैशनल लीग फॉर डेमोक्रेसी पार्टी ने उन्होंने चोणों में भारी बहुमत नाल जित हासिल की सी जबकि फौज के समर्थन वाली यूनियन सैलीडेरिटी एंड डिवेलपमेंट पार्टी का प्रदर्शन खराब रहा सी। चोण धोखाधड़ी मामले में सूची जेकर दोषी पाई जाती है तो उन्होंने पार्टी भंग की जा सकती है और वो नवी चोण में हिस्सा नहीं लै सकेगी जिसका वादा 2023 में फौज ने किया है। गैर कानूनी तौर पर वॉकी टॉकी के आयात से उन्होंने रखण कोरोना वायरस नियमों की उलंघना देशद्रोह और भ्रष्टाचार के दोषों में दोषी ठहराए जाने तो बाद सूची को पहला ही 11 साल की कैद की सज़ा सुनाई जा चुकी है। सूची के समर्थक और स्वतंत्र विश्लेषक कहते हैं कि देश राजनीति नाल प्रेरित है अते
ਰਾਜਨੀਤੀ 'ਚ ਪਰਤਣ ਤੋਂ ਰੋਕਣ ਲਈ ਉਹਨਾਂ ਨੂੰ ਬਦਨਾਮ ਕਰਨ ਅਤੇ ਫੌਜ ਤੇ ਸੱਤਾ ਦੇ ਕਬਜ਼ੇ ਨੂੰ ਵੈਧ ਬਣਾਉਣ ਦੀ ਕੋਸ਼ਿਸ਼ ਹੈ। ਸੂਚੀ ਤੇ ਚੋਣ ਧੋਖਾਧੜੀ ਦੇ ਦੋਸ਼ ਸਮੇਤ ਰਾਜਧਾਨੀ ਨੂੰ ਵੈਧ ਬਣਾਉਣ ਦੀ ਕੋਸ਼ਿਸ਼ ਹੈ। ਸੂਚੀ ਤੇ ਚੋਣ ਧੋਖਾਧੜੀ ਦੇ ਦੋਸ਼ ਸਮੇਤ ਰਾਜਧਾਨੀ ਨੇਪੀਤਾ ਵਿੱਚ ਜੇਲ੍ਹ ਕੰਪਲੈਕਸ ਵਿੱਚ ਬਣੀ ਇੱਕ ਨਵੀਂ ਸੁਵਿਧਾ ਵਿੱਚ ਕਈ ਦੋਸ਼ਾਂ ਨੂੰ ਲੈ ਕੇ ਮੁਕੱਦਮਾ ਚੱਲ ਰਿਹਾ ਹੈ। ਉਹਨਾਂ ਨੇ ਪਿਛਲੇ ਮਹੀਨੇ ਇੱਕ ਗੁਪਤ ਹਿਰਾਸਤ ਵਾਲੀ ਥਾਂ ਤੋਂ ਨੇਪੀਤਾ ਦੀ ਜੇਲ੍ਹ ਵਿੱਚ ਵਿਸ਼ੇਸ਼ ਰੂਪ ਨਾਲ ਬਣਾਏ ਗਏ ਇਕਾਂਤ ਕੇਂਦਰ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਇਸ ਅਪਰਾਧ ਲਈ 3 ਸਾਲ ਦੀ ਸਜ਼ਾ ਦੀ ਵਿਵਸਥਾ ਹੈ। ਸਾਬਕਾ ਰਾਸ਼ਟਰਪਤੀ ਵਿਨ ਮਿੰਟ ਅਤੇ ਕੇਂਦਰ ਸਰਕਾਰ ਦੇ ਸਾਬਕਾ ਦਫ਼ਤਰ ਮੰਤਰੀ ਮਿਨ ਥੂ ਇਸ ਮਾਮਲੇ ਵਿੱਚ ਸਹਿ ਮੁਲਜ਼ਮ ਹਨ। ਫਰਾਂਸ ਦੇ ਦੱਖਣ ਪੱਛਮੀ ਹਿੱਸੇ ਵਿੱਚ 2 ਵੱਡੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਇਨ੍ਹਾਂ ਇਲਾਕਿਆਂ ਵਿੱਚੋਂ 10,000 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। BFM TV ਨਿਊਜ਼ ਚੈਨਲ ਨੇ ਸ਼ੁੱਕਰਵਾਰ ਨੂੰ ਆਪਣੀ ਰਿਪੋਰਟ ਵਿੱਚ ਕਿਹਾ ਕਿ ਭਿਆਨਕ ਗਰਮੀ ਕਾਰਨ ਜੰਗਲਾਂ ਵਿੱਚ ਅੱਗ ਲੱਗਣ ਕਾਰਨ ਮੰਗਲਵਾਰ ਨੂੰ ਕਿਊਮਿਨਸ ਲੈਂਡਰਿਸ ਅਤੇ ਲਾ ਟੇਸਟੇ ਡੀ ਬੁਚ ਦਾ 5300 ਹੈਕਟੇਅਰ ਖੇਤਰ ਅੱਗ ਦੀ ਲਪੇਟ ਵਿੱਚ ਆ ਗਿਆ। ਅੱਗ ਬੁਝਾਊ ਸੇਵਾ ਨੇ ਲੈਂਡਰਾਸ ਵਿੱਚ ਅੱਗ ਤੇ ਕਾਬੂ ਪਾ ਲਿਆ, ਜਦਕਿ ਲਾ ਟੇਸਟ ਡੀ ਬੁਚ ਵਿੱਚ ਸਥਿਤੀ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਅੱਗ ਲਗਾਤਾਰ ਫੈਲਦੀ ਜਾ ਰਹੀ ਹੈ ਅਤੇ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। ਨਿਊਜ਼ ਚੈਨਲ ਮੁਤਾਬਕ ਮੰਗਲਵਾਰ ਰਾਤ ਨੂੰ ਪਿਲਾਟ ਦੇ ਟਿੱਲੇ ਨੇੜੇ ਸਥਿਤ 5 ਕੈਂਪਾਂ ਤੋਂ ਕਰੀਬ 6000 ਲੋਕਾਂ ਨੂੰ ਕੱਢਿਆ ਗਿਆ ਅਤੇ ਵੀਰਵਾਰ ਨੂੰ ਕੈਂਜ਼ੋਕਸ ਪਿੰਡ ਤੋਂ ਹੋਰ 4000 ਲੋਕਾਂ ਨੂੰ ਕੱਢਿਆ ਗਿਆ। ਜ਼ਿਕਰਯੋਗ ਹੈ ਕਿ ਗਿਰੋਨ ਦੇ ਵਿਭਾਗ ਦੇ ਅਧਿਕਾਰੀਆਂ ਨੇ ਪਿਛਲੇ ਹਫ਼ਤੇ ਰੈੱਡ ਟੈਰਰਿਸਟ ਫਾਇਰ ਅਲਰਟ ਘੋਸ਼ਿਤ ਕੀਤਾ ਗਿਆ ਸੀ। ਕਰੀਬ 1000 ਫਾਇਰ ਫਾਈਟਰਸ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਤੇਜ਼ ਹਵਾ ਅਤੇ ਮੁਸ਼ਕਲ ਖੇਤਰ ਕਾਰਨ ਉਹਨਾਂ ਨੂੰ ਅੱਗ ਤੇ ਕਾਬੂ ਪਾਉਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਟਿਆਲਾ ਜੇਲ੍ਹ ਵਿੱਚ ਬੰਦ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਸ਼ੁੱਕਰਵਾਰ ਨੂੰ ਹਾਈ ਕੋਰਟ ਦੇ ਦੂਜੇ ਜੱਜ ਨੇ ਮਜੀਠੀਆ ਦੀ ਨਿਯਮਿਤ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਜਸਟਿਸ ਅਨੂਪ ਚਿਤਕਾਰਾ ਅਤੇ ਜਸਟਿਸ MS ਰਾਮਚੰਦਰ ਦੀ ਬੈਂਚ ਨੂੰ ਇਹ ਕੇਸ ਭੇਜਿਆ ਗਿਆ ਸੀ। ਜਸਟਿਸ ਚਿਤਕਾਰਾ ਨੇ ਇਸ ਕੇਸ ਤੋਂ ਖੁਦ ਨੂੰ ਵੱਖ ਕਰ ਲਿਆ। ਇਸ ਤੋਂ ਬਾਅਦ ਇਹ ਕੇਸ ਚੀਫ ਜਸਟਿਸ ਨੂੰ ਭੇਜ ਦਿੱਤਾ ਗਿਆ ਹੈ। ਇਹ ਦੂਜੀ ਵਾਰ ਹੈ ਜਦੋਂ ਹਾਈ ਕੋਰਟ ਦੇ ਜੱਜ ਵੱਲੋਂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜਸਟਿਸ AG ਮਸੀਹ ਵੱਲੋਂ ਖੁਦ ਨੂੰ ਇਸ ਮਾਮਲੇ ਦੀ ਸੁਣਵਾਈ ਤੋਂ ਵੱਖ ਕਰ ਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਮਜੀਠੀਆ ਦੇ ਖਿਲਾਫ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਡਰੱਗਸ ਮਾਮਲੇ ਦੇ ਦੋਸ਼ ਵਿੱਚ NDPS ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਮਜੀਠੀਆ ਨੂੰ ਚੋਣ ਲੜਨ ਤੱਕ ਰਾਹਤ ਜ਼ਰੂਰ ਦਿੱਤੀ ਸੀ। ਸੁਪਰੀਮ ਕੋਰਟ ਨੇ ਮਜੀਠੀਆ ਨੂੰ ਨਿਯਮਿਤ ਜ਼ਮਾਨਤ ਅਤੇ ਹੋਰ ਰਾਹਤ ਸੰਬੰਧੀ ਹਾਈ ਕੋਰਟ ਜਾਣ ਦੇ ਨਿਰਦੇਸ਼ ਦਿੱਤੇ ਸਨ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ ਜੀ।